ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਹੋਣ ਦਾ ਡਰ। ਇੱਕ ਨੌਜਵਾਨ ਨੇ ਸਾਂਝਾ ਕੀਤਾ ਆਪਣਾ ਦਰਦ। ਕੈਨੇਡਾ ਤੇ ਨੀਦਰਲੈਂਡ ਨੇ ਚੁੱਕਿਆ ਸਖਤ ਕਦਮ। ਕਿਹੜੇ ਦੇਸ਼ ਖਿਲਾਫ ਹੋ ਰਹੀ ਹੈ ਕਾਰਵਾਈ। ਚੀਨ ਦੇ ਰਿਹਾ ਧਮਕੀਆਂ। RCMP ਨੇ ਕੀਤੀ ਜਾਂਚ ਸ਼ੁਰੂ। ਟਰੂਡੋ ਨੇ ਕੀਤੀ ਮੁੱਦੇ ਦੀ ਗੱਲ, ਸਾਂਝੀ ਕੀਤੀ ਖਾਸ ਜਾਣਕਾਰੀ। ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦਾ ਮਾਮਲਾ ਲਗਾਤਾਰ ਜ਼ੋਰ ਫੜਦਾ ਹੀ ਜਾ ਰਿਹਾ ਹੈ। ਲਗਾਤਾਰ ਸਿਆਸੀ ਪਾਰਟੀਆਂ ਇਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੀਆਂ ਨੇ, ਪਰ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਨੌਜਵਾਨਾਂ ਨੂੰ ਡਿਪੋਰਟ ਹੋਣ ਦਾ ਖਤਰਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਨਾਲ ਜੁੜਿਆ ਪੰਜਾਬੀ ਨੌਜਵਾਨ ਆਪਣਾ ਡਰ ਸਾਂਝਾ ਕਰਦਾ ਹੋਇਆ ਦਿਖਾਈ ਦਿੰਦਾ ਹੈ। ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦਾ ਮਾਮਲਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦੇ ਇੱਕ ਪੰਜਾਬੀ ਨੌਜਵਾਨ ਦੇ ਉੱਪਰ ਵੀ ਡੈਪੂਟੇਸ਼ਨ ਦੀ ਤਲਵਾਰ ਲਟਕੀ ਹੋਈ ਹੈ। ਜੀ ਹਾਂ, ਇਸ ਨੌਜਵਾਨ ਦਾ ਨਾਮ ਬਲਵੀਰ ਸਿੰਘ ਹੈ, ਜੋ ਕਿ 2017 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਇਆ ਸੀ। ਪੜ੍ਹਾਈ ਖਤਮ ਕਰਨ ਅਤੇ ਕੰਸਟਰਕਸ਼ਨ ਸੈਕਟਰ ਦੇ ਵਿੱਚ ਇੱਕ ਸਥਿਰ ਜੌਬ ਤੇ ਵਰਕ ਪਰਮਿਟ ਲੈਣ ਦੇ ਬਾਵਜੂਦ ਬਲਵੀਰ ਨੂੰ ਆਪਣੇ ਕੈਨੇਡਾ ਵਿੱਚ ਇੱਕ ਚੰਗਾ ਭਵਿੱਖ ਬਣਾਉਣ ਦਾ ਸੁਪਨਾ ਟੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ। 24 ਸਾਲਾ ਬਲਵੀਰ ਸਿੰਘ ਉਹਨਾਂ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਫਰਜ਼ੀ ਦਾਖਲਾ ਪੱਤਰ ਦੇਣ ਦੇ ਮਾਮਲੇ ਵਿੱਚ ਕੈਨੇਡਾ ਤੋਂ ਸੰਭਾਵੀ ਤੌਰ ਤੇ ਡਿਪੋਰਟ ਕੀਤਾ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਵਿੱਚ ਬਲਵੀਰ ਸਿੰਘ ਰਹਿ ਰਿਹਾ ਹੈ, ਜਿਸ ਨੇ ਆਪਣਾ ਪੱਖ ਸਾਂਝਾ ਕਰਦਿਆਂ ਦੱਸਿਆ ਕਿ ਉਹ ਕਾਫੀ ਤਣਾਅ ਵਿੱਚ ਹੈ। ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਸਦੇ ਇਮੀਗ੍ਰੇਸ਼ਨ ਏਜੰਟ ਨੇ ਉਸ ਨਾਲ ਧੋਖਾ ਕੀਤਾ। ਬਲਵੀਰ ਦਾ ਮਾਮਲਾ ਵੀ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਰਗਾ ਹੀ ਹੈ ਜਿਨ੍ਹਾਂ ਨੇ ਇਮੀਗ੍ਰੇਸ਼ਨ ਏਜੰਟ ਦੁਆਰਾ ਫਰਾਡ ਕੀਤੇ ਜਾਣ ਦੀ ਗੱਲ ਕਹੀ ਹੈ। ਬਲਬੀਰ ਦਾ ਕਹਿਣਾ ਹੈ ਕਿ ਉਸਨੇ ਕੈਨੇਡਾ ਵਿੱਚ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਆਉਣ ਵਾਸਤੇ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼ ਨਾਂ ਦੀ ਕੰਸਲਟੈਂਸੀ ਦੀ ਸੇਵਾ ਹਾਸਲ ਕੀਤੀ। ਉਸਦੇ ਮੁਤਾਬਕ ਉਸਨੇ ਕੰਪਨੀ ਦੇ ਇਮੀਗ੍ਰੇਸ਼ਨ ਏਜੰਟ ਨੂੰ ਲੱਖਾਂ ਰੁਪਏ ਦਿੱਤੇ। ਇਸ ਇਮੀਗ੍ਰੇਸ਼ਨ ਏਜੰਟ ਨੇ ਬਲਬੀਰ ਨੂੰ ਕੈਨੇਡੀਅਨ ਕਾਲਜ ਦਾ ਦਾਖਲਾ ਪੱਤਰ ਮੁਹੱਈਆ ਕਰਵਾ ਕੇ ਸਟੂਡੈਂਟ ਵੀਜ਼ਾ ਪ੍ਰਾਪਤ ਕਰਨ ਦੀ ਮਦਦ ਕੀਤੀ। ਬਲਬੀਰ ਨੇ ਦੱਸਿਆ ਕਿ ਉਸ ਕੋਲ ਓਨਟਾਰੀਓ ਦੇ ਲੰਡਨ ਵਿੱਚ ਸਥਿਤ ਫੈਨਸ਼ੋ ਕਾਲਜ ਦਾ ਦਾਖਲਾ ਪੱਤਰ ਸੀ, ਪਰ ਜਦੋਂ ਉਹ ਕੈਨੇਡਾ ਪਹੁੰਚਿਆ ਤਾਂ ਉਸਨੇ ਕੰਸਲਟੈਂਟ ਨੇ ਉਸ ਨੂੰ ਵੈਨਕੂਵਰ ਦੇ ਲੰਗਾਰਾ ਕਾਲਜ ਜਾਣ ਨੂੰ ਕਹਿ ਦਿੱਤਾ। ਬਲਵੀਰ ਨੂੰ ਆਪਣੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਸਲਾਹ ਮੰਨਣੀ ਪਈ ਤੇ ਉਸ ਕਾਲਜ ਤੋਂ ਆਪਣਾ ਡਿਪਲੋਮਾ ਪੂਰਾ ਕੀਤਾ। ਪਰ ਜਦੋਂ ਬਲਵੀਰ ਨੇ PR ਵਾਸਤੇ ਅਰਜ਼ੀ ਦਿੱਤੀ ਤਾਂ ਉਸ ਦੀ ਅਰਜ਼ੀ ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਉਸ ਨੂੰ ਦੱਸਿਆ ਕਿ ਉਸ ਦਾ ਦਾਖਲਾ ਪੱਤਰ ਨਕਲੀ ਹੈ ਤੇ ਅਜਿਹਾ ਦੇਖ ਕੇ ਬਲਵੀਰ ਕਾਫੀ ਹੈਰਾਨ ਹੋਇਆ। ਦੱਸਣਯੋਗ ਹੈ ਕਿ ਮਾਰਚ ਵਿੱਚ ਭਾਰਤੀ ਅਧਿਕਾਰੀਆਂ ਨੇ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼ ਦੇ ਇੱਕ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ। ਉਸ ਏਜੰਟ ਤੇ ਦਰਜਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਜਾਲੀ ਵੀਜ਼ਾ ਦਸਤਾਵੇਜ਼ ਬਣਾਉਣ ਦੇ ਇਲਜ਼ਾਮ ਸਨ। ਪੁਲਿਸ ਅਜੇ ਵੀ ਉਸ ਵਿਅਕਤੀ ਦੇ ਪਾਰਟਨਰ ਬ੍ਰਿਜੇਸ਼ ਮਿਸ਼ਰਾ ਦੀ ਭਾਲ ਕਰ ਰਹੀ ਹੈ। ਬਲਵੀਰ ਨੇ ਦੱਸਿਆ ਕਿ ਉਸਨੇ ਬ੍ਰਿਜੇਸ਼ ਮਿਸ਼ਰਾ ਤੋਂ ਵੀ ਕੰਸਲਟੈਂਟ ਸੇਵਾ ਲਈ ਸੀ। ਬਲਵੀਰ ਮੁਤਾਬਕ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ ਸੰਪਰਕ ਨਹੀਂ ਹੋ ਪਾਇਆ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਫਰਾਡ ਦੀ ਪੀੜਤ ਸੈਂਕੜੇ ਵਿਦਿਆਰਥੀ ਓਨਟਾਰੀਓ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਪਬਲਿਕ ਸੇਫਟੀ ਮਿਨਿਸਟਰ ਨੂੰ ਡੈਪੂਟੇਸ਼ਨ ਤੇ ਰੋਕ ਲਗਾਉਣ ਸੰਬੰਧੀ ਮੰਗ ਪੱਤਰ ਵੀ ਦਿੱਤਾ ਹੈ। ਮਾਈਗ੍ਰੈਂਟ ਵਰਕਰਸ ਅਲਾਇੰਸ ਫਾਰ ਚੇਂਜ ਵਰਗੇ ਗਰੁੱਪ ਇਨ੍ਹਾਂ ਵਿਦਿਆਰਥੀਆਂ ਦੀ ਹਮਾਇਤ ਵਿੱਚ ਹਨ। ਇਸ ਤੋਂ ਇਲਾਵਾ ਸਿਆਸੀ ਲੀਡਰ ਵੀ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਆਪਣੀ ਸਪੋਰਟ ਦਿਖਾਉਂਦੇ ਹੋਏ ਦਿਖਾਈ ਦਿੱਤੇ ਨੇ, ਜਿੱਥੇ ਕੰਜ਼ਰਵੇਟਿਵ ਪਾਰਟੀ ਤੇ NDP ਪਾਰਟੀ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਡਿਪੋਰਟ ਨਾ ਕੀਤਾ ਜਾਵੇ। ਇਹ ਵਿਦਿਆਰਥੀ ਵੀ ਇਹੀ ਕਹਿ ਰਹੇ ਹਨ ਕਿ ਉਹਨਾਂ ਦਾ ਭਵਿੱਖ ਖਤਰੇ ਵਿੱਚ ਹੈ। ਕੈਨੇਡਾ ਦੇ ਇੱਕ ਹੋਰ ਦੇਸ਼ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਜਿੱਥੇ ਇੱਕ ਦੇਸ਼ ਖਿਲਾਫ ਕਾਰਵਾਈ ਕੀਤੀ ਜਾਏਗੀ। ਕਾਨੂੰਨੀ ਕਾਰਵਾਈ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਡੀਟੇਲ ਤੁਹਾਨੂੰ ਇਸ ਖਬਰ ਵਿੱਚ ਦੇਵਾਂਗੇ। ਤਸ਼ੱਦਦ ਦੇ ਦਾਅਵਿਆਂ ਨੂੰ ਲੈ ਕੇ ਕੈਨੇਡਾ ਅਤੇ ਨੀਦਰਲੈਂਡ ਨੇ ਸੀਰੀਆ ਨੂੰ ਕੌਮਾਂਤਰੀ ਅਦਾਲਤ ਦੇ ਵਿੱਚ ਲਿਆਂਦਾ ਹੈ। ਕੈਨੇਡਾ ਅਤੇ ਨੀਦਰਲੈਂਡ ਤਸ਼ੱਦਦ ਦੇ ਦਾਅਵਿਆਂ ਨੂੰ ਲੈ ਕੇ ਸੀਰੀਆ ਨੂੰ ਕੌਮਾਂਤਰੀ ਨਿਆਂ ਅਦਾਲਤ ਵਿੱਚ ਲੈ ਜਾ ਰਹੇ ਹਨ। ਕੌਮਾਂਤਰੀ ਅਦਾਲਤ ਜਾਣੀ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਇੱਕ ਬਿਆਨ ਮੁਤਾਬਕ ਆਪਣੀ ਅਰਜ਼ੀ ਵਿੱਚ ਕੈਨੇਡਾ ਅਤੇ ਨੀਦਰਲੈਂਡ ਨੇ ਦਾਅਵਾ ਕੀਤਾ ਕਿ ਸੀਰੀਆ ਨੇ ਘੱਟੋ-ਘੱਟ 2011 ਤੋਂ ਅੰਤਰਰਾਸ਼ਟਰੀ ਕਾਨੂੰਨਾਂ ਦੀ ਅਣਗਿਣਤ ਉਲੰਘਣਾ ਕੀਤੀ ਹੈ ਤੇ ਦੋਵੇਂ ਦੇਸ਼ਾਂ ਨੇ ਤਸ਼ੱਦਦ ਦੇ ਖਤਰੇ ਵਾਲੇ ਲੋਕਾਂ ਦੀ ਸੁਰੱਖਿਆ ਵਾਸਤੇ ਐਮਰਜੈਂਸੀ ਆਪਸ਼ਨਸ ਦੀ ਮੰਗ ਕੀਤੀ। ਦੋਵੇਂ ਦੇਸ਼ ਰਾਸ਼ਟਰਪਤੀ ਬਸ਼ਰ ਦੀ ਸਰਕਾਰ ਨੂੰ ਤਸ਼ੱਦਦ ਵਿਰੁੱਧ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਦੇ ਤਹਿਤ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣ ਅਤੇ ਜ਼ੁਲਮ ਵਾਸਤੇ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਵਿੱਚ ਹਨ। ਸੀਰੀਆ ਨੇ ਸੰਯੁਕਤ ਰਾਸ਼ਟਰ ਦੀ ਉਕਤ ਕਨਵੈਨਸ਼ਨ ਨੂੰ ਸਾਲ 2004 ਵਿੱਚ ਪ੍ਰਵਾਨ ਕੀਤਾ ਸੀ। ਕੈਨੇਡਾ ਦੀ ਵਿਦੇਸ਼ ਮੰਤਰੀ ਵੀ ਇਸ ਮੁੱਦੇ ਦੇ ਉੱਪਰ ਬੋਲੇ ਨੇ, ਜਿੱਥੇ ਉਹਨਾਂ ਬਿਆਨ ਵਿੱਚ ਕਿਹਾ ਕਿ ਸਾਲ 2011 ਤੋਂ
ਸੀਰੀਆਈ ਲੋਕਾਂ ਤੇ ਤਸ਼ੱਦਦ, ਕਤਲ ਅਤੇ ਜਿਨਸੀ ਹਮਲੇ ਹੋਏ ਹਨ। ਉਹ ਲੋਕ ਜਬਰੀ ਗਾਇਬ ਹੋਣ ਅਤੇ ਵੱਡੇ ਪੱਧਰ ਤੇ ਰਸਾਇਣਕ ਹਥਿਆਰਾਂ ਦੇ ਹਮਲੇ ਦੇ ਪਾਤਰ ਰਹੇ ਨੇ। 12 ਸਾਲਾਂ ਤੋਂ ਸੀਰੀਆ ਸ਼ਾਸਨ ਦੇ ਹੱਥੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਰੀ ਹੈ। ਆਪਣੀ ਅਰਜ਼ੀ ਵਿੱਚ ਕੈਨੇਡਾ ਤੇ ਨੀਦਰਲੈਂਡ ਨੇ ਅਦਾਲਤ ਨੂੰ ਕਿਹਾ ਕਿ ਉਹ ਐਮਰਜੈਂਸੀ ਆਦੇਸ਼ ਜਾਰੀ ਕਰਕੇ ਸੀਰੀਆ ਦੀ ਤਸ਼ੱਦਦ ਅਤੇ ਬੇਰਹਿਮ ਵਿਵਹਾਰ ਦੀਆਂ ਸਾਰੀਆਂ ਕਾਰਵਾਈਆਂ, ਮਨਮਾਨੀ ਨਜ਼ਰਬੰਦੀ ਅਤੇ ਇਸ ਤਰ੍ਹਾਂ ਦੇ ਹੋਰ ਵਰਤਾਰਿਆਂ ਨੂੰ ਬੰਦ ਕਰਵਾਵੇ। ਕੌਮਾਂਤਰੀ ਅਦਾਲਤ ਆਮ ਤੌਰ ਦੇ ਉੱਪਰ ਇਸ ਤਰ੍ਹਾਂ ਦੇ ਦਾਅਵਾ ਪ੍ਰਾਪਤ ਹੋਣ ਦੇ ਕੁਝ ਦਿਨਾਂ ਦੇ ਅੰਦਰ ਹੀ ਐਮਰਜੈਂਸੀ ਸੁਣਵਾਈ ਦਾ ਆਦੇਸ਼ ਦਿੰਦੀ ਹੈ। ਬਿਆਨ ਮੁਤਾਬਕ ਕੈਨੇਡਾ ਤੇ ਨੀਦਰਲੈਂਡ ਦਾ ਪੱਕਾ ਮੰਨਣਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਸਤੇ ਜਵਾਬਦੇਹੀ ਅਤੇ ਇਸ ਦੇ ਪੀੜਤਾਂ ਲਈ ਨਿਆਂ ਤੋਂ ਬਿਨਾਂ ਸੀਰੀਆ ਵਿੱਚ ਕੋਈ ਸਥਾਈ ਸ਼ਾਂਤੀ ਤੇ ਪੱਕੀ ਸੁਲ੍ਹਾ ਨਹੀਂ ਹੋ ਸਕਦੀ। ਕੈਨੇਡਾ ਅਤੇ ਨੀਦਰਲੈਂਡ ਨੇ ਸਾਲ 2020 ਦੇ ਵਿੱਚ ਵੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਸੀ, ਪਰ ਰੂਸ ਨੇ ਸੀਰੀਆ ਵਿੱਚ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਮੁਕੱਦਮੇ ਨੂੰ ਅੰਤਰਰਾਸ਼ਟਰੀ ਅਧਿਕਾਰਤ ਅਦਾਲਤ ਵਿੱਚ ਭੇਜਣ ਵਾਸਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀਆਂ ਕੋਸ਼ਿਸ਼ਾਂ ਨੂੰ ਰੋਕ ਦਿੱਤਾ। ਚੀਨ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੂੰ ਜੋ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਉਸ ਸੰਬੰਧੀ ਹੁਣ ਆਰਸੀਐਮਪੀ ਦਾ ਵੱਡਾ ਬਿਆਨ ਸਾਹਮਣੇ ਆਇਆ। ਆਰਸੀਐਮਪੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਐਮਪੀ ਚੌਂਗ ਤੇ ਉਹਨਾਂ ਦੇ ਪਰਿਵਾਰ ਨੂੰ ਚੀਨ ਵੱਲੋਂ ਧਮਕਾਏ ਜਾਣ ਦੇ ਦੋਸ਼ਾਂ ਦੀ ਆਰਸੀਐਮਪੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਰਸੀਐਮਪੀ ਮੁਖੀ ਦਾ ਇਸ ਬਾਰੇ ਕਹਿਣਾ ਹੈ ਕਿ ਉਹਨਾਂ ਦੀ ਪੁਲਿਸ ਏਜੰਸੀ ਨੇ ਚੀਨ ਵੱਲੋਂ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਮਾਈਕਲ ਚੌਂਗ ਅਤੇ ਉਹਨਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਅਤੇ ਡਰਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨਰ ਮਾਈਕ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੁੱਦੇ ਤੇ ਡਿਪਟੀ ਕਮਿਸ਼ਨਰ ਮਾਰਕ ਦਾ ਕਹਿਣਾ ਹੈ ਕਿ ਆਰਸੀਐਮਪੀ ਨੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਐਰਨ ਓਟੂਲ ਅਤੇ ਐਨਡੀਪੀ ਮੈਂਬਰ ਪਾਰਲੀਮੈਂਟ ਜੈਨੀ ਵੱਲੋਂ ਉਜਾਗਰ ਕੀਤੇ ਹੋਰ ਦੋਸ਼ਾਂ ਦੇ ਸੰਬੰਧ ਵਿੱਚ ਕੈਨੇਡਾ ਦੇ ਚੋਣ ਕਮਿਸ਼ਨ ਦੇ ਨਾਲ ਸੰਪਰਕ ਕੀਤਾ। ਓਟੂਲ ਨੇ ਇਸ ਮਹੀਨੇ ਹਾਊਸ ਆਫ ਕਾਮਨਸ ਨੂੰ ਕਿਹਾ ਸੀ ਕਿ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਪਿਛਲੀਆਂ ਫੈਡਰਲ ਚੋਣਾਂ ਵੇਲੇ ਚੀਨੀ ਸਰਕਾਰ ਦੀ ਗਲਤ ਜਾਣਕਾਰੀ ਫੈਲਾਉਣ ਦੀ ਮੁਹਿੰਮ ਦਾ ਨਿਸ਼ਾਨਾ ਰਹੇ ਹਨ। ਕਵਾਨ ਨੇ ਕਿਹਾ ਸੀ ਕਿ CSIS ਵੱਲੋਂ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਉਹ ਆਮ ਤੌਰ ਤੇ ਹੀ ਚੀਨ ਸਰਕਾਰ ਦਾ ਨਿਸ਼ਾਨਾ ਰਹੀ ਹੈ। ਓਟੂਲ ਅਤੇ ਕਵਾਨ ਮੁਤਾਬਕ ਹਾਂਗਕਾਂਗ ਦੇ ਵਿੱਚ ਲੋਕਤੰਤਰ ਅਤੇ ਚੀਨ ਵਿੱਚ ਧਾਰਮਿਕ ਘੱਟ ਗਿਣਤੀਆਂ ਦਾ ਸਮਰਥਨ ਕਰਨ ਕਰਕੇ ਚੀਨ ਸਰਕਾਰ ਉਹਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਡੁਹੀਮ ਅਤੇ ਫਲਨ ਨੇ ਕਿਹਾ ਕਿ ਉਹਨਾਂ ਨੂੰ ਦ ਗਲੋਬਲ ਐਂਡ ਮੇਲ ਵੱਲੋਂ ਖਬਰ ਛਾਪੇ ਜਾਣ ਤੋਂ ਬਾਅਦ ਹਾਲ ਹੀ ਵਿੱਚ ਚੌਂਗ ਦੇ ਮਾਮਲੇ ਬਾਰੇ ਪਤਾ ਚੱਲਿਆ। ਫਲਿਨ ਨੇ ਕਿਹਾ ਕਿ ਮੈਂ ਇਸ ਕਿਸਮ ਦੇ ਖਤਰੇ ਦੇ ਮੌਜੂਦ ਹੋਣ ਬਾਰੇ ਜਾਣੂ ਹਾਂ, ਪਰ ਮੈਨੂੰ ਵੇਰਵਿਆਂ ਬਾਰੇ ਪਤਾ ਨਹੀਂ। ਆਰਸੀਐਮਪੀ ਵੱਲੋਂ ਇਹ ਬਿਆਨ ਅਜਿਹੇ ਸਮੇਂ ਦਿੱਤਾ ਗਿਆ ਜਦੋਂ ਪਾਰਲੀਮੈਂਟ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਅਤੇ ਫੈਡਰਲ ਸਰਕਾਰ ਦੀ ਇਸ ਮਾਮਲੇ ਦੇ ਨਾਲ ਨਜਿੱਠਣ ਦੀ ਕਾਰਗੁਜ਼ਾਰੀ ਦਾ ਮੁੱਦਾ ਭਖਿਆ ਹੋਇਆ ਹੈ। ਪ੍ਰਧਾਨ ਮੰਤਰੀ, ਉਹਨਾਂ ਦੇ ਰਾਸ਼ਟਰੀ ਸੁਰੱਖਿਆ ਤੇ ਇੰਟੈਲੀਜੈਂਸ ਸਲਾਹਕਾਰ ਅਤੇ ਹੋਰ ਕੈਬਨਿਟ ਮੰਤਰੀ ਕਹਿ ਚੁੱਕੇ ਨੇ ਕਿ ਸਿਸ ਨੇ ਉਹਨਾਂ ਨੂੰ ਕਦੇ ਵੀ ਚੌਂਗ ਦੇ ਮਾਮਲੇ ਬਾਰੇ ਜਾਣਕਾਰੀ ਨਹੀਂ ਦਿੱਤੀ ਅਤੇ ਉਹਨਾਂ ਨੂੰ ਇਸ ਬਾਰੇ ਸਿਰਫ ਇੱਕ ਰਿਪੋਰਟ ਤੋਂ ਹੀ ਪਤਾ ਚੱਲਿਆ। ਦੱਸਦੀਏ ਕਿ ਕੈਨੇਡੀਅਨ ਰਾਜਨੀਤੀ ਵਿੱਚ ਚੀਨ ਦੀ ਕਥਿਤ ਦਖਲਅੰਦਾਜ਼ੀ ਦੇ ਸੰਬੰਧ ਦੇ ਵਿੱਚ ਨਿਯੁਕਤ ਕੀਤੇ ਵਿਸ਼ੇਸ਼ ਅਧਿਕਾਰੀ ਸਾਬਕਾ ਗਵਰਨਰ ਨੇ ਵੀ ਹਾਲ ਹੀ ਵਿੱਚ ਰਿਪੋਰਟ ਅੰਦਰ ਸੁਰੱਖਿਆ ਏਜੰਸੀਆਂ ਤੋਂ ਸਰਕਾਰ ਤੱਕ ਖੁਫੀਆ ਜਾਣਕਾਰੀ ਦੇ ਸੰਚਾਰ ਅਤੇ ਕਾਰਵਾਈ ਕਰਨ ਦੇ ਤਰੀਕੇ ਵਿੱਚ ਗੰਭੀਰ ਕਮੀਆਂ ਪਾਈਆਂ। ਉਹਨਾਂ ਨੇ ਆਪਣੀ ਭੂਮਿਕਾ ਦੀ ਸਿਆਸੀ ਵਿਵਾਦਾਂ ਵਿੱਚ ਉਲਝ ਜਾਣ ਦਾ ਹਵਾਲਾ ਦਿੰਦਿਆਂ ਪਿਛਲੇ ਹਫ਼ਤੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਈ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ। ਮੌਜੂਦਾ ਸਮੇਂ ਜੰਗਲ ਦੀ ਜੋ ਸਥਿਤੀ ਬਣੀ ਹੋਈ ਹੈ, ਇਸ ਬਾਰੇ ਵੀ ਪ੍ਰਧਾਨ ਮੰਤਰੀ ਗੱਲ ਕਰਦੇ ਹੋਏ ਦਿਖਾਈ ਦਿੱਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁਝ ਮੁੱਦਿਆਂ ਦੇ ਉੱਪਰ ਬੋਲੇ ਨੇ ਤੇ ਉਹਨਾਂ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਮੌਜੂਦਾ ਸਮੇਂ ਜੰਗਲ ਦੀ ਅੱਗ ਦੀ ਕੀ ਸਥਿਤੀ ਹੈ, ਇਸ ਬਾਰੇ ਵੀ ਉਹਨਾਂ ਵੱਲੋਂ ਗੱਲ ਕੀਤੀ ਗਈ। ਪ੍ਰਧਾਨ ਮੰਤਰੀ ਟਰੂਡੋ ਦਾ ਕੀ ਕੁਝ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। First of all, on wildfires, I know things are starting to improve in many places across the country. There's lots of Canadians still struggling, lots of families and communities still affected by it. I want to thank the first responders and the firefighters who are doing such extraordinary work. And neighbours and people helping out neighbours is always wonderful to see. I can actually highlight that we're close to $40 million in matching funds across the country, particularly in Nova Scotia, Alberta and Northwest Territories, is making a huge difference and demonstrating how people are there for each other in times of difficulty. ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਇੱਕ ਯੋਜਨਾ ਲਿਆਂਦੀ ਹੈ। ਫਾਰਮਾ ਕੇਅਰ ਦੇ ਨਾਲ ਜੁੜੀ ਹੋਈ ਯੋਜਨਾ ਦੇ ਬਾਰੇ ਜਗਮੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਖਾਸ ਐਲਾਨ ਕੀਤਾ ਗਿਆ। ਨਿਊਜ਼ ਕਾਨਫਰੰਸ ਦੇ ਵਿੱਚ ਉਹਨਾਂ ਨੇ ਵੱਡੀ ਅਪਡੇਟ ਜਾਰੀ ਕੀਤੀ ਹੈ।
ਐਨਡੀਪੀ ਲੀਡਰ ਜਗਮੀਤ ਸਿੰਘ ਦੇ ਨਾਲ ਡੌਨ ਡੇਵਿਸ ਵੀ ਮੌਜੂਦ ਸਨ ਤੇ ਦੋਹਾਂ ਵੱਲੋਂ ਐਨਡੀਪੀ ਦੇ ਯੂਨੀਵਰਸਲ ਫਾਰਮਾ ਕੇਅਰ ਬਿੱਲ ਦਾ ਐਲਾਨ ਕੀਤਾ ਗਿਆ। For Health and the Member of Parliament for Vancouver Kingsway. Today we'll be tabling our Canada Pharmacare Act. And the purpose of this bill is to help people out. People that are struggling with the cost of their medication. People that are feeling squeezed with everyday costs going up. On top of that, are paying actually the third most expensive in the world prices for medication. Canada is the third most expensive jurisdiction. We often think about the States and think, oh, we're a lot better, but we're actually quite expensive if you compare globally. So people that are buying their medication, people that are purchasing things that they need to continue to work, to live their lives, are paying a lot more than they should be. And we've got a Liberal government that has recently made decisions that have continued those prices to be amongst the highest in the world. We've got a Liberal government, a Prime Minister and a Health Minister that have sided with the billionaire CEOs of these wealthy corporations instead of Canadians and families that are just trying to buy the medication that they need. So this is a first step towards universal medication coverage for all. We believe no one should have to choose between buying their medication or buying their groceries. And this bill will move us towards that. This is based on the Hoskins report, which laid out one of the major first steps is to have a legal framework based on the Canada Health Act that would allow us to move forward with universal pharmacare. That's what this bill is that we presented today. I'm really proud to have seconded the bill that was presented by Don Davies, and we're going to be continuing to put pressure on this. This is something we really believe in. We believe people will save money. This will save money for families. This will save money for provinces and territories. This will save money for the federal government. This is about in making an investment that will eventually save significantly for people, and it'll save for people right away. And it's also about a choice. We choose people, while the Liberals have chose to protect billionaires and the CEOs of these wealthy pharmaceutical corporations. We choose standing up for families. ਚੀਫ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਜੋ ਕਿ ਸੁਪਰੀਮ ਕੋਰਟ ਦੇ ਨਾਲ ਜੁੜੀ ਹੋਈ ਹੈ। ਉਹ ਇਸ ਬਾਰੇ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ। ਆਟਵਾ ਦੇ ਵਿੱਚ ਨਿਊਜ਼ ਕਾਨਫਰੰਸ ਦੇਖਣ ਨੂੰ ਮਿਲੀ। ਆਟਵਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿੱਥੇ ਸੁਪਰੀਮ ਕੋਰਟ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਚੀਫ ਜਸਟਿਸ ਰਿਚਰਡ ਇਸ ਬਾਰੇ ਗੱਲ ਕਰਦੇ ਹੋਏ ਤੇ ਅਪਡੇਟ ਮੁਹੱਈਆ ਕਰਵਾਉਂਦੇ ਦਿਖਾਈ ਦਿੱਤੇ ਹਨ। When covering the Supreme Court, journalists informed the public about our work, activities, and the court's crucial role in Canada's democracy. Many of you also bring important legal issues to light, such as the underfunding of legal aid, high legal fees, court backlogs, delayed hearings, and judicial vacancies. While there have been a few federal judicial appointments in recent weeks, the number of vacancies hovers at around 80 across Canada. At a recent meeting of the Canadian Judicial Council, a significant portion of our discussions focused on the impact of these vacancies on our courts and judges. Some courts have been required to operate for years with ongoing vacancy rates of 10 to 15%. It is not unusual to see some positions remain vacant for many months, and in some cases for years. Appointments to the key offices of Chief Justices and Associate Chief Justice are also made very slowly. These empty positions have a significant impact on the administration of justice, the functioning of our courts, and access to justice for the public. They exacerbate an already alarming situation in some courts that are facing a critical lack of human and financial resources. Together, Canada's Chief Justices decided to raise these concerns at the highest level of government. ਅਮਰੀਕਾ ਮੈਕਸੀਕੋ ਬਾਰਡਰ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਨਵੀਂ ਵੈਬਸਾਈਟ ਲਿਆਂਦੀ ਜਾ ਰਹੀ ਹੈ। ਇਸ ਵੈਬਸਾਈਟ ਦੇ ਰਾਹੀਂ ਹੁਣ ਅਪਾਇੰਟਮੈਂਟ ਲੈਣੀ ਜ਼ਰੂਰੀ ਹੋਵੇਗੀ। ਅਮਰੀਕਾ ਮੈਕਸੀਕੋ ਬਾਰਡਰ ਦੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਹੁਣ ਅਪਾਇੰਟਮੈਂਟ ਕਿਵੇਂ ਮਿਲਣਗੀਆਂ। ਨਵੀਂ ਇੱਕ ਸਾਈਟ ਲਾਂਚ ਕੀਤੀ ਗਈ ਹੈ ਜਿਸ ਰਾਹੀਂ ਵੀਜ਼ਾ ਅਪਾਇੰਟਮੈਂਟ ਮਿਲ ਸਕਦੀਆਂ ਨੇ। ਜਾਣਕਾਰੀ ਮੁਤਾਬਕ ਅਮਰੀਕਾ ਅਤੇ ਗੁਆਟੇਮਾਲਾ ਵੱਲੋਂ ਇੱਕ ਵੈਬਸਾਈਟ ਬਣਾਈ ਜਾ ਰਹੀ ਹੈ ਜਿਸ ਰਾਹੀਂ ਰਿਫਿਊਜੀ ਅਤੇ ਮਾਈਗ੍ਰੈਂਟਸ US ਵੀਜ਼ਾ ਅਪਾਇੰਟਮੈਂਟ ਹਾਸਿਲ ਕਰ ਸਕਦੇ ਹਨ।
ਆਫਿਸਰਸ ਵੱਲੋਂ ਦੱਸਿਆ ਗਿਆ ਕਿ ਇਹ ਪ੍ਰੋਗਰਾਮ 6 ਮਹੀਨੇ ਵਾਸਤੇ ਹੋਣ ਵਾਲਾ ਹੈ, ਜੋ ਕਿ ਇਲੀਗਲ ਇਮੀਗ੍ਰੇਸ਼ਨ ਨੂੰ ਕੰਟਰੋਲ ਵਿੱਚ ਕਰਨ ਵਾਸਤੇ ਚੁੱਕਿਆ ਜਾ ਰਿਹਾ ਹੈ। ਹੁਣ ਇਸ ਨਵੇਂ ਵੈਬ ਪੇਜ ਦਾ ਇਸਤੇਮਾਲ ਅਲ ਸਲਵਾਡੋਰ, ਗੁਆਟੇਮਾਲਾ ਅਤੇ ਹੋਰ ਕਈ ਦੇਸ਼ਾਂ ਦੇ ਲੋਕ ਕਰ ਸਕਣਗੇ, ਜਿਹੜੇ ਕਿ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਨੇ ਤੇ ਉਹਨਾਂ ਨੂੰ ਇਸ ਐਪ ਦੇ ਰਾਹੀਂ ਹੀ ਅਮਰੀਕਾ ਜਾਣ ਦਾ ਮੌਕਾ ਮਿਲ ਸਕੇਗਾ। ਇਸ ਤੋਂ ਇਲਾਵਾ ਦੱਸ ਦਈਏ ਕਿ US ਡਿਪਾਰਟਮੈਂਟ ਆਫ ਸਟੇਟ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਰਿਫਿਊਜੀ ਲੈਟਿਨ ਅਮਰੀਕਾ ਤੋਂ ਉਹਨਾਂ ਵੱਲੋਂ ਸਵੀਕਾਰ ਕੀਤੇ ਜਾਣੇ ਹਨ। ਕਿਸ਼ਤੀ ਪਲਟਣ ਦਾ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਕਿਸ਼ਤੀ ਦੇ ਵਿੱਚ 100 ਤੋਂ ਵੱਧ ਲੋਕ ਸਵਾਰ ਸਨ। ਕਈਆਂ ਦੀ ਜਾਨ ਚਲੀ ਗਈ ਤੇ ਕਈਆਂ ਨੂੰ ਅਜੇ ਵੀ ਲੱਭਿਆ ਜਾ ਰਿਹਾ ਹੈ। ਕਿਸ਼ਤੀ ਪਲਟਣ ਦੇ ਨਾਲ 100 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ। ਇਹ ਮਾਮਲਾ ਉੱਤਰੀ ਨਾਈਜੀਰੀਆ ਤੋਂ ਸਾਹਮਣੇ ਆਇਆ। ਪੁਲਿਸ ਅਧਿਕਾਰੀਆਂ ਵੱਲੋਂ ਇਸ ਘਟਨਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਉੱਤਰੀ ਨਾਈਜੀਰੀਆ ਵਿੱਚ ਕਿਸ਼ਤੀ ਪਲਟ ਗਈ, ਜਿਸ ਵਿੱਚ ਘੱਟੋ-ਘੱਟ 100 ਲੋਕਾਂ ਦੀ ਜਾਨ ਚਲੀ ਗਈ ਹੈ। ਪੁਲਿਸ ਮੁਤਾਬਕ ਕਿਸ਼ਤੀ ਹਾਦਸੇ ਵਿੱਚ ਬਚੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤਾਂ ਅਤੇ ਬੱਚੇ ਨਾਈਜਰ ਰਾਜ ਦੇ ਇਗਬੋਤੀ ਪਿੰਡ ਵਿੱਚ ਰਾਤ ਭਰ ਚੱਲੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਤੇ ਉਹਨਾਂ ਨਾਲ ਇਹ ਹਾਦਸਾ ਵਾਪਰ ਗਿਆ, ਜਿੱਥੇ ਕਿਸ਼ਤੀ ਪਲਟ ਗਈ। ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਦੱਸੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤੜਕੇ 3 ਵਜੇ ਦੇ ਕਰੀਬ ਵਾਪਰਿਆ। ਅਧਿਕਾਰੀ ਅਤੇ ਸਥਾਨਕ ਲੋਕ ਅਜੇ ਵੀ ਨਦੀ ਅੰਦਰ ਹੋਰ ਲਾਸ਼ਾਂ ਦੀ ਭਾਲ ਕਰ ਰਹੇ ਹਨ। ਨਾਈਜੀਰੀਆ ਦੇ ਬਹੁਤ ਸਾਰੇ ਦੂਰ ਦਰਾਡੇ ਦੇ ਭਾਈਚਾਰਿਆਂ ਵਿੱਚ ਕਿਸ਼ਤੀ ਦੁਰਘਟਨਾਵਾਂ ਆਮ ਹਨ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਨੇ। ਪੀੜਤਾਂ ਬਾਰੇ ਕੋਈ ਬਹੁਤੀ ਜਾਣਕਾਰੀ ਅਜੇ ਸਪਸ਼ਟ ਨਹੀਂ ਕੀਤੀ ਗਈ। ਅਧਿਕਾਰੀ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ। ਬੱਚਿਆਂ ਨੂੰ ਸਕੂਲ ਜਾਣ ਦਾ ਡਰ ਹੈ, ਕਿਉਂਕਿ ਗਨ ਵਾਇਲੈਂਸ ਕਾਫੀ ਜ਼ਿਆਦਾ ਵੱਧ ਗਈ ਹੈ। ਅਜਿਹੇ ਵਿੱਚ ਬੱਚੇ ਸਕੂਲ ਜਾਣ ਤੋਂ ਵੀ ਡਰਦੇ ਨੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਦਨ ਵਿੱਚ ਕੀਤਾ ਗਿਆ। ਅਮਰੀਕਾ ਦੇ ਵਿੱਚ ਗਨ ਵਾਇਲੈਂਸ ਵੱਧਦੀ ਹੀ ਜਾ ਰਹੀ ਹੈ। ਪਿਛਲੇ ਦਿਨੀ ਕੁਝ ਅੰਕੜੇ ਸਾਂਝੇ ਕਰਦਿਆਂ ਵੀ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਗਨ ਵਾਇਲੈਂਸ ਦੇ ਵਿੱਚ ਕਿੰਨਾ ਵਾਧਾ ਹੋ ਚੁੱਕਿਆ ਹੈ। ਅਜਿਹੀ 'ਚ ਇੱਕ ਵੱਡਾ ਬਿਆਨ ਸਾਹਮਣੇ ਹੈ, ਜਿੱਥੇ ਫਿਕਰ ਦਾ ਪ੍ਰਗਟਾਵਾ ਕੀਤਾ ਗਿਆ। ਸਦਨ ਦੇ ਵਿੱਚ ਇਸ ਬਾਰੇ ਗੱਲ ਹੋਈ ਹੈ, ਜਿੱਥੇ ਕਿਹਾ ਗਿਆ ਕਿ ਸਾਡੇ ਬੱਚੇ ਤਾਂ ਹੁਣ ਸਕੂਲ ਜਾਣ ਤੋਂ ਵੀ ਡਰਦੇ ਹਨ, ਕਿਉਂਕਿ ਗਨ ਹਿੰਸਾ ਕਾਫੀ ਵੱਧ ਚੁੱਕੀ ਹੈ। Country who have been impacted by gun violence. My constituents in Colorado's 6th District know too well the deep-rooted pain caused by gun violence. It's a fracture in a community that never fully heals, from Columbine to Aurora to STEM school and Arapahoe High School. Ours is a community that has faced immense tragedy. Our children are afraid to go to school every day. Students in my district ask me, what are you doing to protect us? I want to tell them that Congress is doing everything that we can to protect them, but I can't. Unfortunately, many Republicans are failing them and us by refusing to pass basic common sense life-saving gun violence prevention legislation. June is Gun Violence Awareness Month, encompassing 6 anniversaries of tragic mass shootings in our nation, including the horrific hate-filled shooting at Pulse nightclub that took 49 lives 7 years ago this week. ਰਾਸ਼ਟਰਪਤੀ ਬਾਈਡਨ ਅਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਖਿਲਾਫ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਖਿਲਾਫ ਸਖਤੀ ਸੰਬੰਧੀ ਇੱਕ ਤਾਜ਼ਾ ਅਪਡੇਟ ਸਾਹਮਣੇ ਆਈ, ਜਿੱਥੇ ਸਦਨ ਦੇ ਵਿੱਚ ਇਸ ਦਾ ਜ਼ਿਕਰ ਹੋਇਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਉਹਨਾਂ ਵਾਸਤੇ ਇੱਕ ਇੰਪੀਚਮੈਂਟ ਦਾ ਆਰਟੀਕਲ ਲਿਆਂਦਾ ਗਿਆ। ਜੀਓਪੀ ਲਾਅਮੇਕਰ ਇਸ ਬਾਰੇ ਗੱਲ ਕਰਦੇ ਹੋਏ ਤੇ ਇਹ ਆਰਟੀਕਲ ਪੇਸ਼ ਕਰਦੇ ਹੋਏ ਦਿਖਾਈ ਦਿੱਤੇ। ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। Mr. Speaker, Joe Biden has failed the American people. He's failed to uphold his oath of office and preserve and defend the Constitution. From illicit family business dealings and millions of dollars in bribes and payments to himself and to his extended family. Joe and his border czar, Kamala Harris, have allowed an invasion at our southern border, jeopardizing the lives of hundreds of thousands and killing hundreds of thousands with fentanyl. They have directed their border patrol to release illegals into our country unfettered. In fact, the judge even had to intervene and stop Biden's release program. Joe Biden has violated Article 2 of the Constitution to take care and respect the laws of this country. So, Mr. Speaker, that is why I'm introducing articles of impeachment against Joe Biden and Kamala Harris. Mr. Speaker, I yield back.
Members are reminded to refrain from engaging. ਰਾਹੁਲ ਗਾਂਧੀ ਅਮਰੀਕਾ ਪਹੁੰਚੇ, ਜਿੱਥੇ ਪੰਜਾਬੀ ਟਰੱਕ ਡਰਾਈਵਰ ਦੇ ਨਾਲ ਸਫ਼ਰ ਕਰਦੇ ਉਹ ਦਿਖਾਈ ਦਿੱਤੇ ਨੇ। ਇਸ ਦੌਰਾਨ ਉਹਨਾਂ ਵੱਲੋਂ ਸਿੱਧੂ ਮੂਸੇਵਾਲਾ ਦਾ ਗਾਣਾ ਲਗਵਾਇਆ ਗਿਆ ਤੇ ਨਾਲ ਹੀ ਪੰਜਾਬੀ ਟਰੱਕ ਡਰਾਈਵਰ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਵੀ ਮੰਗ ਕੀਤੀ। ਰਾਹੁਲ ਗਾਂਧੀ ਅਮਰੀਕਾ ਪਹੁੰਚੇ ਤੇ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ, ਜਿੱਥੇ ਰਾਹੁਲ ਗਾਂਧੀ ਅਮਰੀਕਾ ਵਿੱਚ ਟਰੱਕ ਦੀ ਸਵਾਰੀ ਕਰ ਰਹੇ ਨੇ ਤੇ ਉਹਨਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ ਲਗਵਾਇਆ ਗਿਆ। ਜੀ ਹਾਂ, ਰਾਹੁਲ ਗਾਂਧੀ ਵੱਲੋਂ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਅਮਰੀਕਾ ਦੇ ਵਿੱਚ ਉਹਨਾਂ ਨੇ ਟਰੱਕ ਦੀ ਸਵਾਰੀ ਕੀਤੀ ਤੇ ਟਰੱਕ ਡਰਾਈਵਰਾਂ ਦੀ ਰੋਜ਼ਾਨਾ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਇਸ ਨੂੰ ਨੇੜਿਓਂ ਦੇਖਿਆ। ਜਾਣਕਾਰੀ ਮੁਤਾਬਕ ਜਿਸ ਟਰੱਕ ਦੀ ਸਵਾਰੀ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਉਸ ਨੂੰ ਪਾਰਟੀ ਮੂਲ ਦਾ ਤਜਿੰਦਰ ਗਿੱਲ ਚਲਾ ਰਿਹਾ ਸੀ। ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਰਾਹੁਲ ਗਾਂਧੀ ਨੂੰ ਤੇਜਿੰਦਰ ਵੱਲੋਂ ਟਰੱਕ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ। ਇਸ ਯਾਤਰਾ ਦੀ ਪੋਸਟ ਰਾਹੁਲ ਗਾਂਧੀ ਵੱਲੋਂ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਵੀਡੀਓ ਦੇ ਨਾਲ ਇੱਕ ਕੈਪਸ਼ਨ ਸਾਂਝਾ ਕੀਤਾ, ਜਿੱਥੇ ਉਹਨਾਂ ਨੇ ਪਹਿਲਾ ਸਵਾਲ ਲਿਖਿਆ ਕਿ ਕਿੰਨਾ ਕਮਾ ਲੈਂਦੇ ਹੋ ਤੇ ਦੂਸਰਾ ਕੁਝ ਗਾਣੇ ਵਜਾ ਲਈਏ ਸਿੱਧੂ ਮੂਸੇਵਾਲੇ ਦੇ। ਜਦੋਂ ਰਾਹੁਲ ਗਾਂਧੀ ਵੱਲੋਂ ਇਸ ਡਰਾਈਵਰ ਨੂੰ ਸਵਾਲ ਪੁੱਛਿਆ ਗਿਆ ਕਿ ਉਹ ਕਿੰਨਾ ਕਮਾ ਲੈਂਦਾ ਹੈ ਤਾਂ ਡਰਾਈਵਰ ਨੇ ਜਵਾਬ ਦਿੱਤਾ ਕਿ ਉਹ 4 ਤੋਂ 5 ਲੱਖ ਰੁਪਏ ਕਮਾ ਲੈਂਦਾ ਹੈ। ਇਹ ਜਵਾਬ ਸੁਣ ਕੇ ਰਾਹੁਲ ਗਾਂਧੀ ਕਾਫੀ ਹੈਰਾਨ ਰਹਿ ਗਏ ਤੇ ਫਿਰ ਰਾਹੁਲ ਗਾਂਧੀ ਵੱਲੋਂ ਸਿੱਧੂ ਮੂਸੇਵਾਲਾ ਦੀ 995 ਗਾਣੇ ਦੀ ਫਰਮਾਇਸ਼ ਵੀ ਕੀਤੀ ਗਈ। सॉन्ग चाहिए राहुल जी? जो भी हमारे ना जी एक रिक्वेस्ट है, हमारा कांग्रेस का वर्कर का भी था सिद्धू मूसेवाला, उसको इंसाफ नहीं मिला रहा। हाँ बिल्कुल, देख लो कितनी बड़ी उसका लगाओ उसका लगा देते हैं, चलते हैं जी। हम सुनते 295 295 लगाना है, वो लगा देते 295 लगाओ। हैं। वो लगा देते हैं। Have you heard Moosewala? Sam, I like him very much. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਹੋਣ ਦਾ ਡਰ, ਇੱਕ ਨੌਜਵਾਨ ਨੇ ਸਾਂਝਾ ਕੀਤਾ ਆਪਣਾ ਦਰਦ। ਕੈਨੇਡਾ ਤੇ ਨੀਦਰਲੈਂਡ ਨੇ ਚੁੱਕਿਆ ਸਖਤ ਕਦਮ, ਕਿਹੜੇ ਦੇਸ਼ ਖਿਲਾਫ ਹੋ ਰਹੀ ਹੈ ਕਾਰਵਾਈ। ਚੀਨ ਦੇ ਰਿਹਾ ਧਮਕੀਆਂ, RCMP ਨੇ ਕੀਤੀ ਜਾਂਚ ਸ਼ੁਰੂ। ਟਰੂਡੋ ਨੇ ਕੀਤੀ ਮੁੱਦੇ ਦੀ ਗੱਲ, ਸਾਂਝੀ ਕੀਤੀ ਖਾਸ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।